ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸਰਨ ਤੁਹਾਰੀ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ ਸ਼ਬਦ ਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ। ਅਸੀਂ ਸਾਰੇ ਹੀ ਵਡਭਾਗੀ ਹਾਂ, ਵੱਡਿਆਂ ਭਾਗਾਂ ਵਾਲੇ ਹਾਂ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਦਇਆ ਕੀਤੀ ਹੈ। ਜੀਵਨ ਦੇ ਬਚੇ ਹੋਏ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਮੌਕਾ ਦਿੱਤਾ ਹੈ, ਸਮਾਂ ਬਖਸ਼ਿਆ। ਜਿਹਨੂੰ ਮੌਕਾ ਮਿਲ ਜਾਏ ਉਹਨੂੰ ਹੋਰ ਕੀ ਚਾਹੀਦਾ। ਜਿਹਨੂੰ ਮੌਕਾ ਮਿਲ ਜਾਏ ਉਹ ਜਿੱਤ ਵੱਲ ਵੱਧ ਸਕਦਾ ਹੈ। ਜਿਹਨੂੰ ਮੌਕਾ ਨਾ ਮਿਲੇ ਉਹ ਹਾਰਿਆ ਹੁੰਦਾ। ਸੋ ਜ਼ਿੰਦਗੀ ਮਨੁੱਖ ਦੀ, ਪਾਤਸ਼ਾਹ ਜੀ ਕਹਿੰਦੇ, ਇੱਕ ਮੌਕਾ ਜਿੱਤਣ ਦਾ ਮੌਕਾ ਹੈ। ਔਰ ਜਿਹੜਾ ਵੀ ਇਸ ਮੌਕੇ ਨੂੰ ਸੰਭਾਲ ਲਏਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿੱਤ ਕੇ ਜਾਏਗਾ, ਗੁਰਮੁਖ ਜਿੱਤ ਕੇ ਜਾਏਗਾ। ਆਓ ਗੁਰੂ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਆਪਾਂ ਕੱਲ੍ਹ ਪੰਕਤੀਆਂ ਪੜ੍ਹੀਆਂ ਸੀ, ਉਹ ਰਹਿ ਗਈਆਂ ਸੀ, ਕਿਉਂਕਿ ਜਿਵੇਂ ਪਾਣੀ ਦਾ ਇੱਕ ਵਹਾਅ ਹੁੰਦਾ, ਬਾਣੀ ਦਾ ਵੀ ਇੱਕ ਵਹਾਅ ਹੁੰਦਾ। ਜਿੱਧਰ ਨੂੰ ਤੋਰ ਦਿੱਤਾ ਗੁਰੂ ਸਾਹਿਬ ਨੇ, ਉੱਧਰ ਨੂੰ ਹੀ ਫਿਰ ਜਿਹੜੀ ਸੁਰਤ ਹੈ, ਧਿਆਨ ਹੈ, ਗਿਆਨ, ਉੱਧਰ ਨੂੰ ਹੀ ਲੈ ਜਾਂਦਾ। ਔਰ ਇਹ ਜਿਹੜਾ ਇਹ ਕੁਦਰਤੀ ਹੈ, ਨੈਚੁਰਲੀ ਹੈ। ਜਿਵੇਂ ਅਸੀਂ ਕੋਈ ਚੀਜ਼ ਕਰਦੇ ਹਾਂ, ਇੱਕ ਪੜ੍ਹ ਕੇ ਕਰਦੇ ਹਾਂ, ਦੇਖ ਕੇ ਕਰਦੇ ਹਾਂ, ਉਹਦਾ ਔਰ ਜਿਹੜੀ ਇੱਕ ਨੈਚੁਰਲੀ ਹੁੰਦੀ ਹੈ, ਉਹਦਾ ਪ੍ਰਭਾਵ ਦਾ ਫਰਕ ਬੜਾ ਹੁੰਦਾ। ਜਿਹੜੀ ਚੀਜ਼ ਲਿਖ ਕੇ ਜਾਂ ਆਪਾਂ ਥੋੜ੍ਹੀ ਜਿਹੀ, ਜਿਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਘੋਟਾ ਲਾ ਕੇ ਕੋਈ ਚੀਜ਼ ਬੋਲਦੇ ਹਾਂ ਜਾਂ ਪੜ੍ਹਦੇ ਹਾਂ, ਉਹਦਾ ਪ੍ਰਭਾਵ ਤੁਸੀਂ ਦੇਖਣਾ। ਰਾਜਨੀਤਿਕ ਲੋਕ ਕੀ ਲੈਕਚਰ ਪੜ੍ਹਦੇ ਨੇ ਦੇਖ ਕੇ, ਉਹਦਾ ਪ੍ਰਭਾਵ ਅਤੇ ਇੱਕ ਬਗੈਰ ਦੇਖਣ ਤੋਂ ਜਿਹੜੇ ਬੋਲਦੇ ਨੇ ਉਹਦੇ ਪ੍ਰਭਾਵ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਜਦੋਂ ਗੁਰੂ ਸਾਹਿਬ ਵੀ ਮਿਹਰ ਕਰਦੇ ਨੇ, ਖੁਸ਼ ਹੁੰਦੇ ਨੇ, ਫਿਰ ਸਾਧ ਸੰਗਤ ਜੀ ਦੁਨਿਆਵੀ ਕਿਤਾਬਾਂ ਜਾਂ ਦੁਨਿਆਵੀ ਕੋਈ ਵੀ ਹੋਰ ਕੁਛ ਰਿਟਨ ਜਿਹੜਾ ਉਹਦੇ ਤੋਂ ਬੰਦਾ ਫਿਰ ਉੱਪਰ ਉੱਠ ਜਾਂਦਾ। ਕਿਉਂਕਿ ਗਿਆਨ ਜਿਹੜਾ ਕਿਸੇ ਵੀ ਚੀਜ਼ ਦਾ ਮੁਹਤਾਜ ਨਹੀਂ ਹੈ। ਗਿਆਨ ਨਾ ਅੱਖਰਾਂ ਦਾ ਮੁਹਤਾਜ ਹੈ, ਨਾ ਕਿਸੇ ਸਪੈਸ਼ਲ ਪ੍ਰਿੰਟ ਦਾ ਮੁਹਤਾਜ ਹੈ, ਨਾ ਕਿਸੇ ਕੌਮ ਦਾ ਮੁਹਤਾਜ ਹੈ, ਨਾ ਕਿਸੇ ਜਾਤ ਪਾਤ ਵਾਲੇ ਦਾ ਮੁਹਤਾਜ ਹੈ, ਨਾ ਅਮੀਰ ਦਾ ਮੁਹਤਾਜ ਹੈ, ਨਾ ਗਰੀਬ ਦਾ ਮੁਹਤਾਜ ਹੈ। ਨਾਮ ਤੇ ਨਾਮ ਨੂੰ ਪ੍ਰੇਮ ਕਰਨ ਵਾਲਿਆਂ ਦਾ ਹੈ।
ਨਾਮ ਉਹਨਾਂ ਦਾ ਹੈ ਜਿਹੜਾ ਨਾਮ ਨੂੰ ਪ੍ਰੇਮ ਕਰਦੇ ਨੇ, ਨਾਮ ਉਹਨਾਂ ਦਾ ਨਹੀਂ ਜਿਹੜੇ ਨਾਮ ਨੂੰ ਪ੍ਰੇਮ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ। ਉਹ ਦੁਨੀਆ ਦਾ ਕੋਈ ਵੀ ਇਨਸਾਨ ਹੋ ਸਕਦਾ, ਇਕੱਲੇ ਸਿੱਖ ਨਹੀਂ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਬਾਣੀ ਵਿੱਚ ਲਿਖਿਆ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਿਛ ਨਾਹੀਂ ਜਮ ਨਹੀਂ ਆਵੈ ਨੇੜੇ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਰੱਬ ਭਗਤਾਂ ਦਾ ਦੰਬੀਆਂ ਪਖੰਡੀਆਂ ਜਾਂ ਭੇਖੀਆਂ ਦਾ ਨਹੀਂ, ਰੱਬ ਭਗਤਾਂ ਦਾ, ਹੋਰ ਦੁਨੀਆ ਦੇ ਵਿੱਚ ਦਿਖਾਵੇ ਕਰਨ ਵਾਲਿਆਂ ਦਾ ਨਹੀਂ। ਸੋ ਐਸਾ ਰੱਬ ਆਓ ਗੁਰੂ ਨਾਨਕ ਮਹਾਰਾਜ ਜੀ ਦੀਆਂ ਲੜੀਵਾਰ ਜੋ ਸ਼ਬਦ ਚੱਲਦਾ 467 ਅੰਕ ਗੁਰੂ ਨਾਨਕ ਮਹਾਰਾਜ ਜੀ ਦਾ ਸ਼ਬਦ ਜੋ ਆਸਾ ਦੀ ਵਾਰ ਅਸੀਂ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚੋਂ ਹੀ ਇਹ ਸ਼ਲੋਕ ਹਨ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਭੰਡਾਂ, ਪਰਮਾਤਮਾ ਦੀ ਹੋਂਦ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਮਰਿਆਦਾ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਵਿਸ਼ਾਲਤਾ ਦੀ ਗੱਲ ਕੀਤੀ ਹੈ। ਉਹ ਅਲੱਗ-ਅਲੱਗ ਸਾਨੂੰ ਉਦਾਹਰਨਾਂ ਦੇ ਕੇ ਪਰਮਾਤਮਾ ਦੇ ਸਾਰੇ ਬਣਾਏ ਹੋਏ ਸਭ ਕੁਛ ਉਹਦਾ ਹੀ ਬਣਾਇਆ ਹੋਇਆ। ਤੱਟ ਮਤਲਬ ਨਦੀਆਂ ਦੇ ਕਿਨਾਰੇ, ਨਦੀਆਂ, ਤੀਰਥ, ਬੱਦਲ, ਦੀਪ ਉਹ ਧਰਤੀ ਜਿਹਦੇ ਦੋਵੇਂ ਪਾਸੇ ਪਾਣੀ ਹੋਵੇ, ਦੀਪਾਂ ਲੋਆਂ ਮੰਡਲਾਂ ਖੰਡਾਂ ਬਰਭੰਡਾਂ। ਦੇਖੋ ਇਸ ਸੰਸਾਰ ਦੇ ਵਿੱਚ ਲੋਕ ਅਲੱਗ-ਅਲੱਗ ਗਿਣੇ ਗਏ ਨੇ। 3 ਲੋਕ ਗਿਣੇ ਗਏ ਨੇ, ਸਵਰਗ ਪ੍ਰਿਥਵੀ ਅਤੇ ਪਾਤਾਲ। ਅਤੇ ਕਈ ਗ੍ਰੰਥਾਂ ਦੇ ਵਿੱਚ ਇਸ ਦੀ ਗਿਣਤੀ ਵੱਧ ਵੀ ਲਿਖੀ ਗਈ ਹੈ। ਸੋ ਖੈਰ ਆਪਾਂ ਆਪਣੇ ਬਾਬੇ ਦੀ ਜੇ ਗੱਲ ਕਰੀਏ, ਉਹ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਕੋਈ ਕੁਝ ਮੰਨਦਾ ਗਿਣਤੀ, ਕੋਈ ਕੁਝ ਮੰਨਦਾ ਹੈ, ਅਤੇ ਉਹਨਾਂ ਦੀ ਆਪਣੀ ਆਪਣੀ। ਅਸੀਂ ਆਪਣੇ ਗੁਰੂ ਨਾਨਕ ਬਾਬੇ ਦੀ ਗੱਲ ਕੀਤੀ ਹੈ, ਕਰਨੀ ਹੈ। ਉਹ ਕਹਿੰਦੇ ਨੇ ਇਸ ਧਰਤੀ ਵਾਯੂ ਮੰਡਲ ਦੇ ਬਾਰੇ ਜਾਂ ਬ੍ਰਹਿਮੰਡ ਦੇ ਬਾਰੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਦੀਪਾਂ ਲੋਹਾਂ ਮੰਡਲਾਂ ਖੰਡਾਂ ਬਰਭੰਡਾਂ। ਕੁਝ ਉਤਾਂ ਨੂੰ ਸੱਤ ਲੋਕ ਮੰਨਦੇ ਨੇ, 7 ਆਸਮਾਨ ਮੰਨਦੇ ਨੇ, ਕੋਈ ਕੁਝ ਮੰਨਦਾ। ਮੰਡਲ ਚੱਕਰ ਚੰਦ ਸੂਰਜ ਧਰਤੀ ਗ੍ਰਹਿਆਂ ਦਾ ਇਕੱਠ, ਇਹ ਸਾਰਾ ਕੁਛ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ। ਅਸੀਂ ਉਸ ਨੂੰ ਅਲੱਗ-ਅਲੱਗ ਨਾਂ ਦੇ ਦਿੱਤੇ ਨੇ, ਆਹ ਗ੍ਰਹਿ ਉਹ ਗ੍ਰਹਿ ਆਹ ਗ੍ਰਹਿ, ਜੋ ਸ਼ਬਦ ਅੱਜ ਦਾ ਹੈ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਬਰਭੰਡਾਂ। ਅਤੇ ਖੰਡ ਜਿਹੜੇ ਨੇ ਉਹ ਹਿੱਸਾ ਹੁੰਦੇ ਨੇ, ਜਿਵੇਂ ਧਰਤੀ ਦਾ ਹਿੱਸਾ ਹੋ ਗਿਆ, ਬਰਭੰਡ ਹੋ ਗਿਆ, ਸਾਰਾ ਬ੍ਰਹਿਮੰਡ ਹੋ ਗਿਆ। ਜਿਹੜਾ ਬਰਭੰਡ ਲਿਖਿਆ ਇਹ ਬ੍ਰਹਿਮੰਡ ਜੋ ਸਾਨੂੰ ਸਾਰਾ ਹੀ ਚੌਗਿਰਦਾ ਥੱਲੇ ਉੱਪਰ ਸੱਜੇ ਖੱਬੇ ਉੱਤਰ ਦੱਖਣ ਪੂਰਬ ਪੱਛਮ ਸਾਰਾ ਦਿਖਦਾ। ਦੀਪ ਲੋਕ ਮੰਡਲ ਖੰਡ ਬ੍ਰਹਿਮੰਡ ਸਰ ਮੇਰ ਆਦਿਕ ਪਰਬਤ, ਇਹ ਸਾਰੇ ਕੁਝ ਬਰਭੰਡ ਜਾਂ ਬ੍ਰਹਿਮੰਡ ਦੇ ਅੰਡਰ ਆਉਂਦੇ ਨੇ। ਅਤੇ ਅੰਡਜ ਜੇਰਜ ਉਤ ਭੁਜਾਂ ਖਾਣੀ ਸੇਤ ਜਾਂ, ਪੈਦਾਇਸ਼ ਜਿਹੜੀ ਹੁੰਦੀ ਹੈ, ਜਿਹੜੀ ਜੀਵਾਂ ਦੀ ਪੈਦਾਇਸ਼ ਹੈ, ਅਗਲੀ ਪੰਕਤੀ ਵਿੱਚ ਲਿਖਿਆ, ਉਹ ਅੰਡਿਆਂ ਦੇ ਵਿੱਚੋਂ, ਜੇਰ ਦੇ ਵਿੱਚੋਂ, ਧਰਤੀ ਦੇ ਵਿੱਚੋਂ, ਪਸੀਨੇ ਦੇ ਵਿੱਚੋਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉੱਥੋਂ ਪੈਦਾ ਹੁੰਦੀਆਂ ਨੇ। ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਇਸ ਤਰੀਕੇ ਨਾਲ ਜੀਵ ਜੰਮਦੇ ਨੇ, ਜਿਹੜੇ ਆਮ ਅਸੀਂ ਜ਼ਿਆਦਾ ਕਰਕੇ ਜੇਰ ਦੇ ਵਿੱਚੋਂ ਆਉਂਦੇ ਹਾਂ। ਜੋ ਗਰਭ ਇੱਕ ਵਿਸ਼ਾ ਹੈ, ਚਲੋ ਉਹ ਵਿਸ਼ਾ ਸਾਡੇ ਕੋਲ ਨਹੀਂ ਸਮਾਂ ਵੀ ਉਹ ਲਈਏ।
भी साडी पैदाइश जिहड़ी है इंसानां दी और कई जानवरां दी भी वो जीर दे विचों पैदा हुंदे ने, अंडज आंडे दे विचों पैदा हुंदे ने। एक बहुत तगड़ा विषय है अंडज जीरज, ये सारा सानू डीपली जाना पएगा भी ये विग्यान वल सानू तुरना पएगा। सो ਆਪਾਂ ਇੱਥੇ रहीए भी साडी उत्पत्ति जिहड़ी इन्हां तरीकिਆਂ ਦੇ ਨਾਲ है, पसीने ਦੇ ਵਿੱਚ जीव पैदा हो ਜਾਂਦੇ ਨੇ, होर कई तरीक़िਆਂ ਦੇ ਨਾਲ पैदा हो के इस धरती ते अपना जीवन बसर करते हैं। सो मित जाने नानका सरा मेरा जनता। महाराज जी फरमान करते ने भी ये सारा कुछ जिहड़ा परमात्मा ही जानदा। सो मित जाने नानका सरा, सरा का मतलब हुंदा सरोवर, सरा मेरा बहुत वड्डे वड्डे पर्बत मेरू पर्बत जां होर भी वड्डे वड्डे पहाड़ भी कह सकते हैं। सो मित जाने नानका। हुण कोई पहली बारी पहाड़ देखे तो उन्हें देख के कहना एड्डी वड्डी मिट्टी का ढेर किवें लग गया, ये मिट्टी आई कित्थों? एड्डा वड्डा जिसने पहली बारी कोई लेक जां कोई सागर देखे उन्हें कहना इन्ना पानी ये किदां बन गया। महाराज जी कहते ये सारा उहदा खेल है। सो मित जाने नानका, उन्हें ही पता जल थल महीयल भरपुर लीना घट घट जोत तुम्हारी, ये उन्हें ही पता है क्योंकि वही सृष्टि है ना, उन्हें साजी है, आप ही ने आप साजे हो, आप ही ने रचे हो ना, उन्हें आप साजी है तो उन्होंने सारा कुछ पता है भी ये की है। तो जिन्हें ये समझना है वो उन्होंने जान लवे, जिन्हें ब्रह्मंड नूं समझना है वो उन्होंने जान लवे, जिन्हें उसनूं जानना है कल वाली फिर गल आ गई वो अपने आप नूं जान लवे, जिसने उन्होंने जानना है वो अपने आप नूं जान लवे। तो जिहड़ा ब्रह्मंड विच दिसदा जो ब्रह्मंड है सोई पिंडे जो खोजे सो पावे, अपने आप दे अंदर चला जाए समझ लाए तो सारा कुछ अपने आप पता इसनों लगना शुरू हो जाएगा। वो चीज़ जिहड़ी किधरों भी नहीं मिलती वो अपने अंदरों भी मिल सकती है। जिहड़ी धुरकी बाणी है ये अंदरों आई है बाहरों नहीं। धुरकी बाणी जिहड़ी है ये धुन तो पैदा हुई है तो फिर धुन एक सबजैक्ट है तो इसनों समझना भी इन्ना सौखा नहीं। बहुत एकाग्रता, बड़ा फेत, बहुत भरोसा, बड़ी शरधा होनी जरूरी है क्योंकि कई सबजैक्ट इन्ने कीमती होंदे ने तो उहदा लई बड़ी मेहनत भी करनी पैंदी है। बख्शिश तो बगैर तो वैसे बोलिया ही नहीं जाता, डिस्कशन नहीं होंदी, पर जे किधरे उन्होंने अगल सामने कोई रिप्लाई वधिया होवे ते कदरदान होवे ते सोने ते सुहागा हुंदा। देखो सौदा तुसी कीमती किधरों होलसेलर को खरीद के लिया है वो तुसी बेचना है, जे गाहक ना होवे ते बंदे दा मूड जिहड़ा अच्छा नहीं हुंदा। उन्होंने गाहक भी मिले, सौदे दा कदरदान भी मिले तो फिर ना वो सौदे की कीमत ना काफ़ी हो जाती है। जिवें गुरु नानक महाराज जी ने भाई मरदाने नूं लाल दिता सी, कहंदे बाजारों कुछ खरीद लिया, कहंदे सत वचन महाराज, तो वो लाल जिहड़ी वो करंसी नहीं सी जो उस समय विच चलदी सी। जिस दुकान दे भी मरदाना जी जांदे ने वो कहंदे आ की चक्की फिरदा है, जो करंसी चलती है वो लिया। वो भी दिन सी जिदन मोरी वाला पैसा चलता सी। जे अज कोई न्याणा नौजवान बजुर्ग हट्टी ते जावे भी इहदा सौदा दे देवे, जिन्हें देखा ही नहीं उन्हें कहना वो आ की लै आ, तो पहली बार वेख्या, पर किसी दिन वो भी चलता सी, किसी दिन टका भी चलता सी, पैसा भी चलता सी, दुक्कियां तिक्कियां भी चलदियां सी। पर अज दे युग दे विच असीं उदाहरण बना दी दुक्की तिक्की, इहदी कीमत हुंदी सी। जिन्नों पता ही नहीं भी ये की चीज़ है उन्हें कदर की करनी, जिन्हों पता ही नहीं ग्रंथ है कि उन्हें कदर की करनी, उन्हें सुनना भी नहीं। ठीक है जी, जिन्हों पता ही नहीं है इस पटारी दे विच सौदा किहड़ा, उन्हें क्यों उस सौदे बारे पुछना है जी, जिन्हों पता ही नहीं।
ਗੁਰੂ ਨਾਨਕ ਮਹਾਰਾਜ ਜੀ ਦਾ ਭੇਜਿਆ ਮਰਦਾਨਾ ਕਹਿੰਦਾ ਕੁਝ ਖਾਣ ਨੂੰ ਪਦਾਰਥ ਦੇ ਦਿਓ। ਕਹਿੰਦੇ ਬਈ ਇਹਦਾ ਨਹੀਂ ਕੁਛ ਮਿਲਣਾ। ਦੇਖੋ ਜਿੰਨਾ ਸਾਡੇ ਵਰਗਿਆਂ ਨੇ ਜੇ ਹੀਰਾ ਕਦੇ ਵੇਖਿਆ ਨੇ, ਸਾਨੂੰ ਉਹ ਕੱਚ ਲੱਗਣਾ। ਲੱਖਾਂ ਕਰੋੜਾਂ ਦੀ ਕੀਮਤ ਵਾਲਾ ਕੋਹਿਨੂਰ ਹੀਰਾ ਵੀ ਸਾਡੇ ਸਾਹਮਣੇ ਰੱਖ ਲਿਓ, ਜਦ ਸਾਡੀ ਦੇਖ ਵਿੱਚ ਨਹੀਂ, ਸਾਡੀ ਦੇਖਣੀ ਵਿੱਚ ਨਹੀਂ, ਕਦੀ ਅਸੀਂ ਦੇਖਿਆ ਨਹੀਂ, ਸਾਡੇ ਲਈ ਕੱਚ ਹੈ ਐਵੇਂ ਨਿੱਕਾ ਜਿਹਾ। ਉਹਦੀ ਕੀਮਤ ਤਾਂ ਅਨਮੋਲ ਹੈ, ਕੋਈ ਕੀਮਤ ਹੀ ਨਹੀਂ। ਭਾਈ ਮਰਦਾਨਾ ਜੀ ਅਲੱਗ-ਅਲੱਗ ਦੁਕਾਨਾਂ 'ਤੇ ਜਾਂਦੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਖਾਸ ਮਿਲਦਾ। ਕੋਈ ਕਹਿੰਦਾ ਥੋੜ੍ਹਾ ਬਹੁਤਾ ਕੋਈ ਚੀਜ਼ ਲੈਣੀ ਤਾਂ ਲੈ ਜਾ, ਪਰ ਇਹ ਚੀਜ਼ ਤੇਰੀ ਇੱਥੇ ਇਸ ਹੱਟੀ 'ਤੇ ਚੱਲਣੀ ਨਹੀਂ। ਗੁਰੂ ਨਾਨਕ ਪਾਸ ਵਾਪਸ ਪਰਤ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜਾ ਜੋ ਤੁਸੀਂ ਮੈਨੂੰ ਚੀਜ਼ ਦਿੱਤੀ ਹੈ ਇਹ ਤਾਂ ਚਲਦੀ ਨਹੀਂ, ਇਹਦਾ ਤਾਂ ਕੋਈ ਖਾਣ ਪੀਣ ਨੂੰ ਕੋਈ ਚੱਜ ਦਾ ਸੌਦਾ ਹੀ ਨਹੀਂ ਦਿੰਦਾ। ਕੋਈ ਕਹਿੰਦਾ ਆਹ ਲੈ ਜਾ, ਭੋਰਾ ਜਿਹਾ ਲੈ ਜਾ, ਥੋੜ੍ਹਾ ਲੈ ਜਾ। ਮਹਾਰਾਜ ਜੀ ਕਹਿੰਦੇ ਆ ਜਿਹੜੀ ਚੀਜ਼ ਤੈਨੂੰ ਦਿੱਤੀ ਭਾਈ ਮਰਦਾਨੇ ਤੇ ਕੀਮਤੀ ਬਹੁਤ ਹੈ, ਇਹਦਾ ਤਾਂ ਬੜਾ ਹੀ ਸੌਦਾ ਆ ਸਕਦਾ। ਕੀ ਗੱਲ ਕਿਸੇ ਨੇ ਪਛਾਣਿਆ ਨਹੀਂ? ਨਹੀਂ ਮਹਾਰਾਜ, ਨਹੀਂ ਪਛਾਣਿਆ। ਜੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਪਛਾਣ ਲੈਂਦਾ ਨਾ, ਗੁਰਦੁਆਰਿਆਂ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੋਣੀ। ਗੁਸਤਾਖੀ ਮਾਫ, ਮੈਂ ਲਫ਼ਜ਼ ਸਿੱਧੇ ਬੋਲਾਂਗਾ, ਕੰਜਰਖਾਨਿਆਂ ਵਿੱਚ, ਕਲੱਬਾਂ ਦੇ ਵਿੱਚ ਅਤੇ ਸਿਨਮਿਆਂ ਵਿੱਚ $300 $200 ਗੁਸਤਾਖੀ ਮਾਫ ਜਿਹੜੇ ਬਲੈਕ ਵਿੱਚ ਵਿਕਦੇ ਆ ਨਾ ਸ਼ੋਅ, ਮੈਂ ਇੱਦਾਂ ਦੀਆਂ ਟਿਕਟਾਂ ਵਿਕਦੀਆਂ ਵੇਖੀਆਂ ਬਾਹਰਲੇ ਮੁਲਕ ਵਿੱਚ। ਇੱਥੇ ਵੀ ਲੋਕ ਜਿਹੜੀ ਟੌਪ ਦੀ ਸੀਟ ਪਤਾ ਨਹੀਂ ਲੈਂਦੇ ਨੇ, ਉਹ ਗੰਦ ਦੇਖਣ ਦੇ ਲਈ ਸਪੈਸ਼ਲ ਬਹਿੰਦੇ ਨੇ ਅਤੇ ਫਿਰ ਸਭ ਕੁਝ ਖਰਚ ਕੇ ਸਮਾਂ ਬਰਬਾਦ ਕਰਕੇ ਘਰ ਨੂੰ ਆ ਜਾਂਦੇ ਨੇ। ਉੱਥੇ ਸੀਟਾਂ ਨਹੀਂ ਮਿਲਦੀਆਂ, ਬੁਕਿੰਗ ਹੁੰਦੀ ਹੈ। ਆਹ ਮੈਚ ਹੁੰਦੇ ਨੇ, ਪਾਗਲ ਹੋ ਗਈ ਦੁਨੀਆ, ਪਾਗਲ। ਸਾਨੂੰ ਕੀ ਮਿਲਦਾ ਹੈ ਜੀ? ਸਾਨੂੰ ਕੀ ਮਿਲਦਾ ਹੈ? ਕੁਛ ਵੀ ਨਹੀਂ। ਪਰ ਉਹਦੇ ਲਈ ਟਾਈਮ ਇੰਨਾ ਬਰਬਾਦ ਹੁੰਦਾ। ਅਸੀਂ ਕਦੀ ਦੇਖਿਆ ਹੀ ਨਹੀਂ। ਕਮਜ਼ੋਰ ਹੋ ਗਏ ਹਾਂ ਜਦ ਥੱਲੇ ਆ ਗਏ ਕਿਧਰੇ। ਜਿਹੜੇ ਦੇਖਦੇ ਨੇ ਦੇਖੋ, ਪਰ ਮੈਂ ਲੌਜਿਕ ਨਾਲ ਗੱਲ ਕਰਾਂਗਾ, ਸਾਨੂੰ ਕੋਈ ਉਹਦਾ ਫਾਇਦਾ ਨਹੀਂ। ਉਹ ਲੈ ਕੇ ਜਾਂਦੇ ਨੇ ਸਭ ਕੁਛ, ਅਸੀਂ ਟਾਈਮ ਬਰਬਾਦ ਕੀਤਾ। ਮੈਂ ਵਿਚਾਰ ਕਰ ਰਿਹਾ ਸੀ, ਜਿਹਨੂੰ ਸੱਚ ਦਾ ਪਤਾ ਲੱਗ ਗਿਆ ਉਹ ਸੱਚ ਵੱਲ ਭੱਜ ਕੇ ਆਏਗਾ। ਸੁਗੰਧੀ ਦਾ ਭੌਰੇ ਨੂੰ ਪਤਾ ਲੱਗਿਆ, ਉਹ ਉੱਡਦਾ ਉਹਦੇ ਵਿੱਚ ਚਲ ਗਿਆ, ਸਮਾ ਗਿਆ, ਮਰ ਗਿਆ। ਸ਼ਹਿਦ ਦੀ ਮੱਖੀ, ਭਗਤ ਰਵਿਦਾਸ ਜੀ ਕਹਿੰਦੇ ਉਹਨੂੰ ਮਿੱਠੇ ਦੀ ਕਦਰ ਦਾ ਪਤਾ ਲੱਗਿਆ, ਉਹ ਮਿੱਠੇ ਦੇ ਵਿੱਚ ਹੀ ਜੁੜ ਗਈ, ਮਰ ਗਈ, ਪਰ ਮਿੱਠਾ ਨਹੀਂ ਛੱਡਿਆ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ, ਮਖੀਰ ਦੀ ਮੱਖੀ ਉਹਦੇ ਵਿੱਚ ਚਲੀ ਗਈ। ਸੋ ਗੁਰੂ ਨਾਨਕ ਮਹਾਰਾਜ ਜੀ ਨੂੰ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਇਹ ਕੀ ਸੀ, ਇਹਦਾ ਕੁਝ ਮਿਲਿਆ ਨਹੀਂ। ਮਹਾਰਾਜ ਕਹਿੰਦੇ ਬੜੀ ਅਫਸੋਸ ਦੀ ਗੱਲ ਹੈ, ਤੂੰ ਸਾਰੇ ਜਾ ਆਇਆ, ਘੁੰਮ ਆਇਆ? ਕਹਿੰਦੇ ਹਾਂਜੀ ਮੈਂ ਸਾਰੇ ਜਾ ਆਇਆ। ਕਹਿੰਦੇ ਇੱਕ ਜੌਹਰੀ ਦੀ ਵੀ ਦੁਕਾਨ ਹੁੰਦੀ ਹੈ, ਉੱਥੇ ਗਿਆ ਸੀ। ਕਹਿੰਦੇ ਨਹੀਂ ਮਹਾਰਾਜ ਉੱਥੋਂ ਖਾਣ ਨੂੰ ਨਹੀਂ ਕੁਛ ਮਿਲਦਾ, ਮੈਂ ਤਾਂ ਨਹੀਂ ਗਿਆ। ਮਹਾਰਾਜ ਜੀ ਕਹਿੰਦੇ ਉੱਧਰ ਵੀ ਜਾ ਕੇ ਆ, ਸ਼ਾਇਦ ਕੁਛ ਮਿਲ ਜਾਏ। ਕਹਿੰਦੇ ਸਤ ਵਚਨ। ਸੋ ਭਾਈ ਮਰਦਾਨਾ ਜੀ ਜੌਹਰੀ ਕੋਲ, ਸਾਲਸਰਾਏ ਜੌਹਰੀ ਦੇ ਕੋਲ ਉਹ ਰੱਖਦੇ ਨੇ ਲਾਲ ਤਲੀ 'ਤੇ। ਕਹਿੰਦੇ ਵੀ ਇਹਦਾ ਕੁਛ ਮਿਲ ਸਕਦਾ? ਉਹ ਕਹਿੰਦਾ ਜੌਹਰੀ ਪਹਿਲਾਂ ਮੈਨੂੰ ਇਹ ਦੱਸ ਵੀ ਇੰਨੀ ਕੀਮਤੀ ਚੀਜ਼ ਤੂੰ ਕਿੱਥੋਂ ਚੱਕੀ ਫਿਰਦਾ, ਇਹ ਕਿੱਥੋਂ ਮਿਲੀ ਹੈ? ਕਹਿੰਦੇ ਮੇਰੇ ਨਾਨਕ ਨਿਰੰਕਾਰ ਮੇਰੇ ਬਾਬੇ ਨੇ ਮੈਨੂੰ ਦਿੱਤੀ ਹੈ, ਅਤੇ ਮੈਂ ਬਾਜ਼ਾਰ ਘੁੰਮਦਾ ਰਿਹਾ, ਮੈਨੂੰ ਕੋਈ ਇਹਦਾ ਕੁਛ ਮਿਲਿਆ ਹੀ ਨਹੀਂ, ਇਹਦੀ ਕਿਸੇ ਨੇ ਕੋਈ ਕਦਰ ਹੀ ਨਹੀਂ ਕੀਤੀ, ਕੋਈ ਸੌਦਾ ਪਤਾ ਹੀ ਨਹੀਂ ਮਿਲਿਆ। ਕਹਿੰਦੇ ਵੀ ਇਹ ਤਾਂ ਬਹੁਤ ਕੀਮਤੀ ਵਸਤੂ ਹੈ। ਔਰ ਜੌਹਰੀ ਨੇ ਉਸ ਲਾਲ ਨੂੰ ਆਪਣੇ ਮੱਥੇ ਨਾਲ ਲਾਇਆ, ਚੁੰਮਿਆ, ਕੱਪੜੇ ਵਿੱਚ ਲਪੇਟਿਆ, ਉਹਦੀ ਕਹਿੰਦੇ ਉਹਨੂੰ ਨਮਸਕਾਰ ਕੀਤੀ ਅਤੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ। 100 ਰੁਪਈਆ ਲਿਖਿਆ ਹੋਇਆ, ਭਾਵੇਂ ਕੋਈ ਮੰਨੇ ਚਾਹੇ ਨਾ, ਅਸੀਂ ਲਿਖੇ ਦੀ ਗੱਲ ਕਰਦੇ ਹਾਂ, ਘੱਟ ਵੱਧ ਵੀ ਹੋ ਸਕਦੇ ਨੇ। ਮਤਲਬ ਉਹਦੀ ਇੰਪੋਰਟੈਂਸ ਨੂੰ ਸਮਝਿਆ, ਸਤਿਕਾਰ ਕੀਤਾ, ਪਿਆਰ ਕੀਤਾ। ਕਹਿੰਦੇ ਭਈ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਇਹਦੀ ਕੀਮਤ ਬਹੁਤ ਹੈ, ਮੈਂ ਸਿਰਫ ਦਰਸ਼ਨੀ ਭੇਟਾ ਹੀ ਤੈਨੂੰ ਦੇਣਾ, ਇਹ ਤੂੰ ਰੱਖ ਲੈ।
ਇਹ ਲੈ ਜਾ। ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ, ਕਮਾਲ ਦੀ ਗੱਲ ਹੈ, ਜਿਸ ਦੀਆਂ ਕੋਈ ਚਾਰ ਮੂਲੀਆਂ ਨਹੀਂ ਸੀ ਦਿੰਦਾ, ਕੋਈ ਮੈਨੂੰ ਰਸਦ ਨਹੀਂ ਸੀ ਦਿੰਦਾ, ਕੋਈ ਮਠਿਆਈ ਨਹੀਂ ਸੀ ਦਿੰਦਾ, ਤੇ ਉਹਦੀ ਦਰਸ਼ਨੀ ਭੇਟਾ ਹੀ ਨਹੀਂ। ਤੇ ਫਿਰ ਸਾਲਸਰਾਏ ਜੌਹਰੀ ਕਹਿੰਦਾ ਵੀ ਜਿਸ ਨੇ ਤੈਨੂੰ ਇਹ ਚੀਜ਼ ਦਿੱਤੀ ਹੈ ਉਹਨੂੰ ਮਿਲਾ ਸਕਦਾ? ਕਹਿੰਦੇ ਹਾਂਜੀ, ਆ ਜਾਓ ਮੇਰੇ ਨਾਲ। ਬਾਹਰ ਹੀ ਕੰਧ ਵਿੱਚ ਬੈਠੇ ਨੇ। ਮਹਾਰਾਜ ਜੀ ਦੇ ਕੋਲ ਜਾ ਕੇ ਨਮਸਕਾਰ ਕਰਦੇ ਨੇ ਭਾਈ ਮਰਦਾਨਾ ਜੀ ਤੇ ਸਾਲਸਰਾਏ ਜੌਹਰੀ ਜੀ। ਮਹਾਰਾਜ ਜੀ ਕਹਿੰਦੇ ਕਿਉਂ ਮਰਦਾਨਿਆ, ਕੁਝ ਮਿਲਿਆ? ਕਹਿੰਦੇ ਜੀ ਆਹ ਬੰਦੇ ਨੇ ਤੇ ਕਮਾਲ ਕਰ ਦਿੱਤੀ, ਇਹ ਕਦਰਦਾਨ ਨਿਕਲਿਆ, ਇਹਨੂੰ ਪਛਾਣ ਆ ਗਈ। ਇਹ ਕਹਿੰਦਾ ਵੀ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਮੈਂ ਤੇ ਇਹ ਦਰਸ਼ਨੀ ਭੇਟਾ ਰੱਖ ਲਓ। ਮਹਾਰਾਜ ਜੀ ਕਹਿੰਦੇ ਕਿਉਂ ਵੀ ਕੌਣ ਹੈ ਤੂੰ? ਕਹਿੰਦੇ ਜੌਹਰੀ ਹਾਂ। ਹੁਣ ਮਹਾਰਾਜ ਜੀ ਦਾ ਇੱਕ ਇੱਕ ਜਿਹੜਾ ਲਫ਼ਜ਼ ਹੈ ਜਾਂ ਕੋਈ ਵੀ ਉਹਨਾਂ ਦਾ ਕੌਤਕ ਘਟਨਾ, ਉਹ ਦੂਸਰੇ ਨੂੰ ਇੱਕ ਸੁਨੇਹਾ ਮੈਸੇਜ ਤੇ ਗਿਆਨ ਦੇਣਾ। ਜੇ ਮਰਦਾਨੇ ਨੂੰ ਕਿਧਰੇ ਭੇਜਿਆ, ਉੱਥੇ ਬਾਣੀ ਰਚਣੀ ਹੈ, ਉੱਥੇ ਗਿਆਨ ਪੈਦਾ ਹੋਣਾ। ਮਹਾਰਾਜ ਜੀ ਕਹਿੰਦੇ ਭਾਈ ਜੌਹਰੀ ਕੀ ਕਰਦਾ? ਕਹਿੰਦੇ ਤੁਹਾਨੂੰ ਪਤਾ ਹੀ ਹੈ ਵੀ ਜੌਹਰੀ ਕੀ ਕਰਦੇ, ਬਸ ਪਰਖ ਕਰੀਦੀ ਹੈ, ਖੋਟੇ ਦੀ, ਖਰੇ ਦੀ, ਗਹਿਣਿਆਂ ਦੀ, ਹੀਰਿਆਂ ਦੀ, ਜਵਾਹਰਾਤਾਂ ਦੀ। ਤੇ ਮਹਾਰਾਜ ਜੀ ਕਹਿੰਦੇ ਕਦੀ ਆਪਣੀ ਪਰਖ ਕੀਤੀ ਹੈ? ਹਾਂਜੀ ਮਹਾਰਾਜ। ਕਹਿੰਦੇ ਤੈਨੂੰ ਪਤਾ ਹੈ ਤੂੰ ਕਿੰਨਾ ਕੀਮਤੀ ਹੈ? ਕਹਿੰਦੇ ਮਹਾਰਾਜ ਇਹਦੇ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ, ਕਿਉਂਕਿ ਇਹ ਸਾਡਾ ਫੀਲਡ ਹੀ ਨਹੀਂ, ਸਾਡਾ ਵਿਸ਼ਾ ਹੀ ਨਹੀਂ। ਜਿਵੇਂ ਮੈਂ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ ਵੀ ਸਾਡੇ ਕੋਲ ਕਿੰਨਾ ਮਹਾਨ ਖਜ਼ਾਨਾ, ਕਹੀ ਜਾਂਦੇ ਆ ਸਾਡੇ ਕੋਲ ਕੁਛ ਨਹੀਂ, ਗਰੀਬ ਆ, ਉਹ ਆ। ਤੇ ਮਹਾਰਾਜ ਜੀ ਕਹਿੰਦੇ ਇਹਨੂੰ ਫਰੋਲ ਕੇ ਦੇਖ, ਵਰੋਲ ਕੇ ਦੇਖ, ਤੂੰ ਤੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਨਿਕਲੇਗਾ ਜੇ ਇੱਕ ਕਿਣਕਾ ਵੀ ਤੈਨੂੰ ਸਮਝ ਲੱਗ ਗਿਆ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਤੈਨੂੰ ਨਹੀਂ ਪਤਾ ਲੱਗਾ, ਕਿਉਂ? ਮਾਇਆ ਲੱਗ ਭੁੱਲੋ ਸੰਸਾਰ। ਤੈਨੂੰ ਉਹ ਚੀਜ਼ ਚੰਗੀ ਲੱਗੀ ਜਿਹੜੀ ਬਿਨਸ ਜਾਣ ਵਾਲੀ ਹੈ, ਉਹ ਚੀਜ਼ ਚੰਗੀ ਲੱਗੀ ਜਿਹੜੀ ਫਰੇਬ 'ਤੇ ਧੋਖਾ ਹੈ, ਉਹ ਚੀਜ਼ ਚੰਗੀ ਲੱਗੀ ਜਿਹੜੀ ਤੇਰੇ ਕੰਮ ਨਹੀਂ ਆਉਣੀ। ਤੇ ਜਿਹੜੀ ਚੀਜ਼ ਤੇਰੇ ਕੰਮ ਆਉਣੀ ਸੀ ਉਹ ਤੈਨੂੰ ਫਰੇਬ ਲੱਗਿਆ, ਉਹ ਤੈਨੂੰ ਅਸਲ ਨਹੀਂ ਲੱਗਾ। ਨਕਲ ਅਸਲ ਲੱਗੀ, ਅਸਲ ਨਕਲ ਲੱਗੀ। ਕਿਉਂ? ਨਕਲ ਸਾਹਮਣੇ ਸੀ ਤੇ ਅਸਲ ਜਿਹੜੀ ਸੀ ਉਹ ਦੂਜੇ ਰੂਪ ਦੇ ਵਿੱਚ ਸੀ। ਰੱਬ ਜਿਹੜਾ ਹੈ ਉਹ ਸਾਹਮਣੇ ਨਹੀਂ ਹੈ, ਰੱਬ ਜਿਹੜਾ ਸਾਹਮਣੇ ਨਹੀਂ, ਇਸ ਕਰਕੇ ਰੱਬ ਰੱਬ ਨਹੀਂ ਲੱਗਿਆ, ਉਹ ਇੱਕ ਭਰਮ ਜਿਹਾ ਹੀ ਲੱਗਿਆ। ਜਿਹੜੀ ਚੀਜ਼ ਪਕੜ ਵਿੱਚ ਹੈ, ਹੱਥ ਵਿੱਚ ਆਉਂਦੀ ਹੈ, ਬੰਦਾ ਕਹਿੰਦਾ ਵੀ ਇਹ ਹੀ ਹੈ। ਜਿਹੜੀ ਚੀਜ਼ ਪਕੜ ਵਿੱਚ ਨਹੀਂ ਆਉਂਦੀ ਉਹਦੇ 'ਤੇ ਵਿਸ਼ਵਾਸ ਬਣਾਉਣਾ ਬੜਾ ਔਖਾ ਹੈ। ਸੋ ਇਹੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਣਾ। ਮਹਾਰਾਜ ਕਹਿੰਦੇ ਕਿਉਂਕਿ ਜੌਹਰੀ ਕਦੀ ਆਪਣੇ ਆਪ ਨੂੰ ਵੀ ਖੋਜਿਆ, ਆਪਣੇ ਆਪ ਨੂੰ ਵੀ ਪਰਖਿਆ, ਤੁਸੀਂ ਕਿੰਨੇ ਕੀਮਤੀ ਹੋ। ਕਹਿੰਦੇ ਮਹਾਰਾਜ ਮਿਹਰ ਕਰੋ, ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਸੁਣੋ ਸਿੱਖੋ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇਰਾ ਜਨਮ ਬਹੁਤ ਕੀਮਤੀ ਸੀ ਪਰ ਤੂੰ ਹੋ ਕੋਡੀ ਕੋਡੀ ਜੋਰ ਕੇ ਜੋਰੇ ਲਾਖ ਕਰੋੜ ਅੰਤ ਕੀ ਵਾਨਾ ਕਛ ਮਿਲਿਓ ਲਈ ਲੰਗੋਟੀ ਤੋਰ। ਤੈਨੂੰ ਨਹੀਂ ਪਤਾ ਲੱਗਿਆ, ਤੂੰ ਜਿਹਨੂੰ ਕੀਮਤੀ ਸਮਝਣਾ ਸੀ ਉਹਨੂੰ ਕੀਮਤੀ ਨਹੀਂ ਸਮਝਿਆ। ਸੋ ਮਹਾਰਾਜ ਜੀ ਕਹਿੰਦੇ ਸਮਝੋ ਬਈ ਹੀਰੇ ਜੈਸਾ ਜਨਮ ਹੈ। ਜਿਵੇਂ ਲਾਲ ਦੀ ਕੀਮਤ ਬਹੁਤ ਸੀ, ਇਹਦੀ ਕੀਮਤ ਨੂੰ ਕੋਈ ਜਾਣ ਨਹੀਂ ਸਕਿਆ, ਇੱਦਾਂ ਹੀ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਲੋਕ ਨੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਰਾਤ ਲੰਘੀ ਸੁੱਤਿਆਂ ਦੀ, ਦਿਨ ਲੰਘ ਗਿਆ ਆਹ ਬਣਾ ਲਓ, ਆਹ ਖਾ ਲਓ, ਆਹ ਕਰ ਲਓ, ਉਹ ਕਰ ਲਓ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਨੂੰ ਇੰਨੇ ਕੌਡੀ ਬਣਾ ਕੇ ਰੱਖ ਦਿੱਤਾ, ਕੀਮਤ ਹੀ ਨਹੀਂ ਪਾਈ। ਸਮਝੋ ਭਾਈ ਕੀਮਤ। ਇਹ ਗੁਰੂ ਨਾਨਕ ਮਹਾਰਾਜ ਦਾ ਕਿੰਨਾ ਪਿਆਰਾ ਸੁਨੇਹਾ। ਸੋ ਜੀਵਨ ਕੀਮਤੀ ਹੈ, ਗੁਰੂ ਗ੍ਰੰਥ ਕੀਮਤੀ ਹੈ, ਗ੍ਰੰਥ ਦੇ ਅੱਗੇ ਪੰਥ ਕੀਮਤੀ ਹੈ। ਸੋ ਗੁਰੂ ਸਾਹਿਬ ਜੀ ਦੀ ਪੰਕਤੀ ਚਾਰੀ ਸੀ, ਜਿਨ ਕਰਤੇ ਕਰਨਾ ਕੀ ਹੈ ਚਿੰਤਾ ਵੀ ਕਰਨੀ ਤਾ।
हाँ पंक्ति पढ़ रहे सी पहले ही सी। सो मित जाने नानका सरा मेरा जंता, नानक जंती उपाय क्या संभाले सबना। सारे जीवां नूं पैदा करके परमात्मा आप उहदी पालना करता है। जिन करते करना किया चिंता भी करनी ता। जिस करतार ने सृष्टि रची है, पालना करन दी फिक्र ते चिंता उस नूं है, दूसरे किसी नूं नहीं। देख लो साध संगत जी, सानू अपने बच्चों की चिंता है, सानू अपने परिवार की चिंता है, पर गुरु साहब जी फरमान करते हैं परमात्मा जिहड़ा है उसनूं सब की चिंता है। अगली पंक्ति, सो करता चिंता करे जिन उपाया जग। जिस चीज़ नूं जिसने बनाया होवे उसनूं उस दी चिंता हुंदी है। असी अपना सत्संग जी घर बनाया, घर की रिपेयर, घर की टुट भज की चिंता गवांढी नूं नहीं, सानू है, क्योंकि असी अपना घर बनाया। असी कोई बिजनेस खड़ा किया उहदे विच लॉस जां प्रॉफिट, उहदी चिंता सानू है, क्योंकि वो असी खड़ा कीता है। जमीनां असी खरीदियां, उहदी चिंता सानू है। जिसने खरीदी नहीं, पैसे नहीं लाए, उन्होंने काहदी चिंता फसल की जां किसी चीज़ की। ऐदे ही महाराज जी कहते ओ सो करता चिंता करे जिन उपाया जग। जिन ये जग नूं बनाया है ना, उन्होंने जग की चिंता है। उन्होंने सारे जग की चिंता है, किन्नू कित्थे रखना, किन्नू की देना, किन्नू नहीं देना, किन्नू सज़ा देनी है, किन्नू वडियाई देनी है, उन्होंने पता है। सारे जग दे विच सारे काम इस तरह ही चलते ने। वो बहुत न्यायकारी है, वो बहुत पारदर्शता वाला है। वो किसी का हक मारदा नहीं, तो किसी नूं वो फिर किसी के गुनाह नूं जे वो तौबा नहीं करता तो उन्होंने बख्शदा भी नहीं। बख्शणहारा कहते ने तौबा करने वाले नूं, पछतावा करने वाले नूं। जिहड़ा आकड़ विच रहिंदा है, जिहड़ा अपनी धौन दे विच सरिया पा के रहिंदा, किला ठोक के रहिंदा, झुकदा ही नहीं, महाराज जी कहते उन्होंने तो फिर डांगा पैणियां ने। मैं नहीं कहता, बाणी सुनो, कबीर जम का ठेंगा बुरा है, वो नहीं सहा जाए। एक जो साधु मोए मिले उतने लिया अंचल लाए। जे कोई रब दा प्यारा मिल गया तो वह पल्ला फड़ लो। पल्ला मतलब, पल्ला फड़न का मतलब झग्गा नहीं, पल्ला फड़न का मतलब ਉਹਦੇ ਤੋਂ ਜਿਹੜੀ ਵਿਚਾਰ ਮਿਲਦੀ है, ਜਿਹੜੀ ਉਹਦੇ ਕੋਲੋਂ ਕੋਈ ਵੀ ਨੁਕਤੇ ਵਾਲੀ ਚੀਜ਼ ਹੈ ਉਹਨੂੰ ਗ੍ਰਹਿਣ ਕਰ ਲਓ, ਉਹਨੂੰ ਪੱਲੇ ਬੰਨ੍ਹ ਲਓ। ਜਿਵੇਂ ਕਹਿੰਦੇ ਨੇ ਵੀ ਸਿਆਣੇ ਦੀ ਗੱਲ ਪੱਲੇ ਬੰਨ੍ਹ। ਹੁਣ ਗੱਲ ਨੂੰ ਕਿਤੇ ਆਪਣੀ ਚੁੰਨੀ ਦੇ ਵਿੱਚ ਬੰਨ੍ਹ ਲੈਣੀ ਹੈ ਜਾਂ ਪੈਂਟ ਦੀ ਜੇਬ ਵਿੱਚ ਪਾ ਲੈਣੀ, ਪੱਲੇ ਬੰਨ੍ਹ ਲਈ, ਉਹਨੂੰ ਮੰਨ ਲੈ, ਉਹਦੇ 'ਤੇ ਗੌਰ ਫਰਮਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਉਹਨੂੰ ਚਿੰਤਾ, ਤੂੰ ਚਿੰਤਾ ਛੱਡ, ਤੂੰ ਕਰਮ ਕਰ, ਤੂੰ ਮਿਹਨਤ ਕਰ, ਤੂੰ ਕਰਮ ਕਰ, ਤੂੰ ਮਿਹਨਤ ਕਰ, ਤੂੰ ਚਿੰਤਾ ਨਾ ਕਰ, ਚਿੰਤਾ ਆਪੇ ਹੀ ਕਰੇਗਾ। ਤੂੰ ਕਰਮ ਕਰਕੇ ਹਟ ਜਾ, ਤੇਰੇ ਪਿੱਛੇ ਪਿੱਛੇ ਸਫਲਤਾ ਆਏਗੀ। ਤਿਸ ਜੋਹਾਰੀ ਸੁਵਸਤ, ਤਿਸ ਤਿਸ ਦੀਵਾਨ ਅਪੱਗ। महाराज जी कहते मैं उस तों सदके जाना हाँ, उस परमात्मा तो बलिहारे जाता हाँ जो सबना जीवां दा आसरा है ते सदा अटल है। उहदा दीवान सदा लगन वाला है। नानक सच्चे नाम बिन क्या टिक्का क्या तग। महाराज जी कहते इत्थे बड़ा बड़ा तगड़ा विषय है, जिन्हें उहदा ते टिके दा तिलक दा। सो आपां को समा नहीं भी ये हुण अगे आपां ज़्यादा करिए। नानक सच्चे नाम बिन क्या टिक्का क्या तग। ये हिंदुआं दे विच टिक्के लाउंदे ने ते अपना धागा पाउंदे ने, ते सानू भी किहड़ा ये थोड़ा भी गुरुआं ने दूजे धर्म वाले नूं कह दिता। आपां नूं भी क्या ही है भी रहत प्यारी मुझको सिख प्यारा ना है। भी जे सिख दा मैं बाहरला जड़ा पक्ष है वो नहीं देखना, बाहरली चीज़ नहीं देख के भी गुरु खुश हो जाएगा भी देखने नूं सोहना लगता है, दाड़ा इहदा लंबा है तो इहने सोहने मतलब वस्त्र पाए ने। ना ना महाराज कहते जे रहत होएगी तो मैनू तू पसंद है, जे तेरे अंदर रहत मर गई तो तू मर गया। अगली पंक्ति ए जब लग खालसा रहे न्यारा तब मैं तेज देऊ सब
सारा जब ये गहे विप्रन की रीत मैं ना करूँ इन की प्रतीत। जदों ये विप्रन का मतलब होंदा विपर की सोच मुताबक जिउणा। जिन्ने लोग कर्मकांड करते हैं, जिन्ने धागे तवीत जादू टूणे जल प्रवाह ब्याह शादियां ते टूणे पता नहीं की कुछ करते हैं, उन्होंने विपरन की रीत कहते हैं। ध्यान देना, किसी को ना पता होवे कि विपर ने विपरन की रीत ते सानू तोड़ दिता। ब्याह रखना ते सद लिया जांदा है, वो पैसे बनाउण दे लई वो मतलब देखदा कई कुछ दिन देखदा ते जंतरी वेखदा पैसे बटोरदा आ करदा ओ करदा गोत देखदा पता नहीं की कुछ करदा। तो साडे सिखां दे विच भी 50% तो उपर मैं कह सकदा करदे ने। कोई मेरे घर एक दिन जंतरी लैके आ गया, मैनू कहंदे देखो टेवा, मैं कहा मैं जोतशी हाँ, मैं पंडित हाँ, इन्ना मैं प्रचार करदा, तुसी मैं क्या भी चाह पीओ तो चल जाओ इत्थों, गुस्ताखी माफ। मैं कि इदां दा काम मैं नहीं करदा, जे मैं इदां दा काम करना हुंदा ना तो गुरु की बड़ी कृपा ते दुनिया नूं ठग सकदा सी, पर मेरे बापू ने ये नहीं सिखाया, उन्हें कमी कोई नहीं रहन दित्ती। मैं बड़ी बार गया धर्म के नां ते दुनिया अन्नी हो जाती है, गुस्ताखी मां। राजनीतिक लोग तानाशाह लोग उन्हां नुकसान नहीं कर सकते जिहड़े धर्म के लिबास पा के भोली भाली जनता नूं ठगदे ने, फरेब करते हैं, गलत पासे लाते हैं, धर्म की दुरवरतों करते हैं। जिहड़ी चीज़ सच्ची है उन्होंने सच कहना, जिहड़ी गलत है उन्होंने दुनिया तक गलत पहुँचाउणी है भी ये चीज़ गलत है। सो गुरु साहब जी कहते हैं विपर ने इदां दियां लीहां पा दित्तियां, लीहां टुट्टियां ही नहीं अज तक। अज भी लोग डंगरां नूं पेड़े गुस्ताखी माफ ਜਿਹੜੇ ਕਰਦੇ ਨੇ ਉਹਨਾਂ ਨੇ ਕਹਿਣਾ ਬਾਬਾ ਗਲਤ ਬੋਲਦਾ। ਮੈਂ ਲੌਜਿਕ ਨਾਲ ਬੋਲਦਾ, ਜੋ ਕੁਝ ਵੀ ਬੋਲਾਂਗਾ ਪੁੱਛ ਲਿਓ ਮੇਰੇ ਕੋ, ਤੁਹਾਨੂੰ ਬਿਠਾ ਕੇ ਦੱਸਾਂਗਾ, ਗਲੀ ਵਿੱਚ ਨਹੀਂ ਮੈਂ ਦੱਸਣਾ ਕਿਸੇ ਨੂੰ ਜਵਾਬ। ਬੈਠੋਗੇ ਮਹਾਰਾਜ ਜੀ ਕਹਿੰਦੇ ਗੁਰਮੁਖ ਬੈਠੋ ਸਫਾ ਵਿਛਾਏ। ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਨਾ ਗੁਰਮਤਿ ਦੀ ਤੇ ਗੁਰਮੁਖ ਬੈਠੋ ਸਫਾ ਵਿਛਾਏ। ਸਫਾ ਮਤਲਬ ਸੰਗਤ ਵਿੱਚ ਬਹਿ ਕੇ ਸੰਵਾਦ ਦੇ ਨਾਲ तरतीब दे नाल तरीके दे नाल गल कीती जाए। इदां नहीं पिओ उरे आई एक गल करनी है, उन्होंने कह भी बह जा सज्जना, मेरे गुरु का हुक्म है भी तरीका हुंदा है गल दा। इस करके हर गल का तरीका हुंदा है, पुछण दा तरीका हुंदा है, दस्सण दा तरीका हुंदा है। सो पातशाह जी कह रहे हैं जे जीवन दे विच इस तरह दीयां चीज़ां ने ते तैनूं ग्रंथ की समझ नहीं लगनी, तैनूं कुछ भी पता नहीं लगना। नानक सच्चे नाम बिन क्या टिक्का क्या तग। तेरा भावें उपर दी श्री साहब पाला है, भावें थल्ले दी पाला है, जे तेरा कर्म नहीं ना चंगा, जे उन्हें धागियां नूं प्रवान नहीं कीता ते श्री साहबां नूं भी प्रवान नहीं कीता। भावें मुच्छां ताणू चक लै ते भावें थल्ले कर लै, भावें वट्टां वाली पग बन लै ते चाहे पेजां वाली बन लै, चाहे गोल बन लै ते चाहे तिखी बन लै, उन्होंने कोई मतलब नहीं। वो तो तेरे अंदर की गल देखदा, तेरे अंदर की है। जे तेरे अंदर वो भै भाव है नहीं तो फिर भेख दिखाए जगत को लोगन को बस कीन। सानू किहड़ा माला नहीं खरीदनियां आउंदियां, गल विच दो पा सकते हैं, हत्थां विच भी सिमरन दिखा सकते हैं। जे असीं इन्ना कुछ गुरु की हजूरी विच कर सकते हैं तो माला कोई औखी है हत्थ नाल लपेटनी। पर क्यों इदां दी चीज़ करिए जिहड़ी मना है, क्यों इदां दा कर्म करिए, दिखावा करिए। ठीक है जी, इस करके जिहड़ी चीज़ गुरु ने मना कीती है वो मना है, जिहड़ी चीज़ गुरु ने दसी है वो करनी है। सो सच्चे नाम बिन महाराज जी कहते क्या टिक्का क्या तग, इहदा कोई अर्थ नहीं है, इहदा कोई अर्थ नहीं है। धार्मिक रस्मां मरण तक ने, ध्यान देना, जदों तक जिंद है, जदों तक शरीर है, चाहे कोई भी रस्म है वो जिउंदे जी है। जिदन मर गए ना कोई जम्मण की रस्म ना ब्याह की रस्म, वो वक्री गल है, लोग जाते होए कई कुछ कर देंदे ने, ना कोई होर रस्म फिर रहिंदी ही नहीं। पर असली रस्म जिहड़ी है वो तो फिर तोड़ निभ जाती है, जिन्हों कहते ने तोड़ी ना टुटै, छोरी ना छूटै, ऐसी माधो खिंच तनी, जिहड़ी सच्ची प्रीत है वो सड़दी नहीं।
महाराज जी कहते जिहड़ी सच्ची प्रीत है वो बुझदी नहीं, वो दीवा बुझदा ही नहीं, वो नष्ट ही नहीं हुंदी। ऐसी प्रीत गोबिंद स्यों लागी मेल लए पूरन वडभागी। अगली पंक्ति आ गई, महला पहला, लख नेकियां चंगियाइयां लख पुन्ना प्रवान। देखो मैं पहला भी कहा, ਜਦੋਂ ਤੁਸੀਂ ਸੁਖਮਨੀ ਸਾਹਿਬ ਪੜ੍ਹੋਗੇ, ਉਸਤਤ ਹੀ ਉਸਤਤ ਪੜ੍ਹੋਗੇ, ਆਸਾ ਦੀ ਵਾਰ ਘੱਟ ਪੜ੍ਹੀ ਜਾਂਦੀ ਹੈ, ਕਿਉਂਕਿ ਇੱਥੇ ਚਪੇੜਾਂ ਬਹੁਤ ਨੇ ਇਹਦੇ ਵਿੱਚ। ਜਿੰਨੀ ਆਸਾ ਦੀ ਵਾਰ ਹੈ ਟੋਟਲੀ, ਜਿੰਨੇ ਕਰਮ ਕਾਂਡ, ਜਿੰਨੀਆਂ ਭੈੜੀਆਂ ਚੀਜ਼ਾਂ ਸਾਰੀਆਂ ਬਾਰੇ ਜਾਣਕਾਰੀ ਹੈ। ਆਸਾ ਦੀ ਵਾਰ ਪੜ੍ਹਿਓ ਤੁਸੀਂ ਕਿਧਰੇ, ਘੱਟ ਪੜ੍ਹਦੇ ਆ, ਪੜ੍ਹਨੀ ਚਾਹੀਦੀ ਹੈ। ਗੁਸਤਾਖੀ ਮਾਵੇ ਇੱਕ ਗੱਲ ਕਰਾਂ, ਗੁੱਸਾ ਨਾ ਕਰਿਓ, ਸੁਖਮਨੀ ਸਾਹਿਬ ਪੜ੍ਹਨਾ ਚਾਹੀਦਾ, ਪਰ ਉਹ ਨਿਤਨੇਮ ਦੇ ਵਿੱਚ ਨਹੀਂ, ਆਸਾ ਦੀ ਵਾਰ ਨਿਤਨੇਮ ਵਿੱਚ ਹੈ, ਪੰਜ ਬਾਣੀਆਂ ਨਿਤਨੇਮ ਵਿੱਚ ਹੈ। ਉੱਦਾਂ ਅਸੀਂ ਪੜ੍ਹੀਏ ਉਹ ਬੜੀ ਖੁਸ਼ੀ ਦੀ ਗੱਲ ਹੈ, ਪਰ ਇੱਕ ਜਾਣਕਾਰੀ ਲਈ, ਇਨਫੋਰਮੇਸ਼ਨ ਦੇ ਲਈ ਨਿਤਨੇਮ ਦੇ ਵਿੱਚ ਸੁਖਮਨੀ ਸਾਹਿਬ ਨਹੀਂ ਹੈ। ਪੜ੍ਹਨਾ ਚਾਹੀਦਾ, 12 ਮਾਹਾਂ ਵੀ ਪੜ੍ਹਨਾ ਚਾਹੀਦਾ, ਸਿੱਧ ਗੋਸ਼ਟ ਵੀ ਪੜ੍ਹਨੀ ਚਾਹੀਦੀ ਹੈ, ਪਰ ਜੋ ਰਾਇਤ ਮਰਿਆਦਾ ਦੇ ਮੁਤਾਬਕ ਆਪਾਂ ਕੋਲ ਪਈ ਹੋਈ ਹੈ, ਉਹਦੇ ਵਿੱਚ ਪੰਜ ਬਾਣੀਆਂ ਦੇ ਆਸਾ ਦੀ ਵਾਰ ਦੇ ਸ਼ਬਦ ਦੀ, ਹੁਕਮਨਾਮੇ ਦੀ ਵਿਚਾਰ ਇਹ ਹੈ। ਅਤੇ ਆਸਾ ਦੀ ਵਾਰ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਸਾਨੂੰ ਆਸਾ ਦੀ ਵਾਰ ਵੀ ਪੜ੍ਹਨੀ ਚਾਹੀਦੀ ਹੈ। ਜਿੱਥੇ ਸੁਖਮਨੀ ਸਾਹਿਬ ਪੜ੍ਹਦੇ ਹਾਂ, ਕਿਤੇ ਅਰਥਾਂ ਸਮੇਤ ਇੱਕ ਵਾਰੀ ਕੱਲ੍ਹ ਪੜ੍ਹ ਕੇ ਆਇਓ। ਆਸਾ ਦੀ ਵਾਰ ਇੱਕ ਵਾਰੀ ਅਰਥਾਂ ਸਮੇਤ ਪੜ੍ਹ ਕੇ ਦੇਖਿਓ, ਦੇਖੋ ਕਿੰਨਾ ਕੁਛ ਪਤਾ ਲੱਗਦਾ। ਸੋ ਪੰਕਤੀ ਆਈ ਹੈ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਹੁਣ ਸਾਡਾ ਪੜਦਾ ਲੱਗੇ ਚੱਕਣ ਮਹਾਰਾਜ, ਕੋਈ ਲਿਹਾਜ਼ ਨਹੀਂ। ਮਹਾਰਾਜ ਜੀ ਕਹਿੰਦੇ ਪੁੰਨ ਕੀਤੇ, ਚੰਗਿਆਈਆਂ ਕੀਤੀਆਂ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਲੱਖ ਸ਼ਬਦ ਲਿਖਿਆ, ਸੈਂਕੜਾ ਨਹੀਂ ਲਿਖਿਆ, ਹਜ਼ਾਰ ਵੀ ਨਹੀਂ ਲਿਖਿਆ। ਮਹਾਰਾਜ ਜੀ ਕਹਿੰਦੇ ਲੱਖਾਂ ਕੰਮ ਚੰਗੇ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਲੱਖਾਂ ਕੰਮ ਨਜ਼ਰਾਂ ਦੇ ਵਿੱਚ ਚੰਗੇ ਹੋਣ। ਅਗਲੀ ਪੰਕਤੀ, ਲੱਖ ਤਪੀ ਉੱਪਰ ਤੀਰਥਾਂ ਸਹਿਜ ਜੋਗ ਬੇਵਾਨ। ਤੀਰਥਾਂ ਦੇ ਉੱਪਰ ਜਾ ਕੇ ਲੱਖਾਂ ਪੁੰਨ ਕੀਤੇ ਜਾਣ, ਉੱਥੇ ਤਪ ਕੀਤੇ ਜਾਣ, ਉੱਥੇ ਚੁੱਭੀਆਂ ਲਾਈਆਂ ਜਾਣ। ਪਹਿਲਾਂ ਮਹਾਰਾਜ ਸਭ ਕੁਝ ਦੱਸਣਗੇ, ਫਿਰ ਅੱਗੇ ਸਿੱਟਾ ਕੱਢਣਗੇ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਵਾਨ। ਬੇਵਾਨ ਦਾ ਮਤਲਬ ਜੰਗਲਾਂ ਦੇ ਵਿੱਚ ਜਾ ਕੇ ਪੁੱਠੇ ਲਟਕ ਜਾਓ। ਭਾਵੇਂ ਇੱਥੇ ਮਤਲਬ ਨਹੀਂ ਮਹਾਰਾਜ ਕਹਿੰਦੇ ਲਟਕ ਜਾਓ, ਜਿਹੜੇ ਲਟਕਦੇ ਨੇ ਉਹਨਾਂ ਨੂੰ ਕਹਿੰਦੇ ਨੇ ਸਹਿਜ ਜੋਗ ਬੇਵਾਨ। ਅਤੇ ਜੋਗ ਮੱਤ ਦੇ ਅਨੁਸਾਰ ਮਹਾਰਾਜ ਜੀ ਕਹਿੰਦੇ ਜਿਹੜਾ ਕੰਮ ਕਰਦੇ ਨੇ ਉਹ ਵੀ ਲੱਖ ਤਪੀ ਉੱਪਰ ਤੀਰਥਾਂ ਸਹਿਜ ਜੋਗ ਬੇਵਾਨ। ਲੱਖ ਸੂਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਨ। ਪਾਤਸ਼ਾਹ ਜੀ ਕਹਿੰਦੇ ਭਾਵੇਂ ਰਣ ਭੂਮੀਆਂ ਵਿੱਚ ਯੋਧੇ ਦੀ ਤਰ੍ਹਾਂ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ ਵੀ ਮੈਂ ਬਹਾਦਰ ਹਾਂ ਅਤੇ ਮੈਂ ਵੈਰੀ ਦੇ ਨਾਲ ਲੜਦਾ ਪਿਆ, ਸੂਰਬੀਰਤਾ ਦਿਖਾਈ ਜਾਵੇ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ। ਭਾਵੇਂ ਕਈ ਤਰੀਕਿਆਂ ਦੇ ਨਾਲ ਕੋਈ ਗਿਆਨ ਦੀ ਚਰਚਾ ਕਰਦਾ ਹੋਵੇ, ਕਈ ਤਰੀਕਿਆਂ ਦੇ ਨਾਲ ਸੁਰਤ ਜੋੜਨੀ ਦੱਸਦਾ ਹੋਵੇ, ਲੱਖ ਸੁਰਤੀ ਲੱਖ ਗਿਆਨ ਧਿਆਨ, ਗਿਆਨ ਦੇ ਧਿਆਨ ਦੀਆਂ ਗੱਲਾਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹੋਵੇ। ਪੜ੍ਹੀਏ ਪਾਠ ਪੁਰਾਣ, ਪੁਰਾਣਾਂ ਦੇ ਪਾਠ ਪੜ੍ਹੀ ਜਾਵੇ। ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਜਿਸ ਨੇ ਸ੍ਰਿਸ਼ਟੀ ਰਚੀ ਹੈ, ਜੀਵਾਂ ਦਾ ਮਰਨਾ ਨਿਯਤ ਕੀਤਾ ਹੈ। ਮਹਾਰਾਜ ਜੀ ਕਹਿੰਦੇ ਉਹਦਾ ਪਾਤਰ ਬਣਨ ਦੇ ਲਈ ਮਰਨਾ ਪੈਂਦਾ ਹੈ। ਕਰਮ ਕਾਂਡ ਹੋਰ ਹੈ ਅਤੇ ਕਰਮ ਹੋਰ ਨੇ। ਕਰਮ ਕਾਂਡ ਜਿਹੜੇ ਨੇ ਉਹ ਲਿਖੇ ਵਿੱਚ ਨਹੀਂ, ਕਰਮ ਲਿਖੇ ਵਿੱਚ ਹੈ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਜੋ ਉੱਪਰ ਸਾਰਾ ਕੁਛ ਦੱਸਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਕੁਝ ਨਾਨਕ ਮਤੀ ਮਿਥਿਆ। ਮਿਥਿਆ ਦਾ ਮਤਲਬ ਹੈ ਸਾਰੀਆਂ ਵਿਅਰਥ ਅਤੇ ਝੂਠ, ਜੇ ਕਰਮ ਸੱਚਾ ਨਹੀਂ। ਆਹ ਸਭ ਕੁਝ ਪਹਿਲਾਂ ਦੱਸ ਦਿੱਤਾ ਨਾ। ਜੇ ਮਨੁੱਖ ਦਾ ਕਰਮ ਸੱਚਾ ਨਹੀਂ, ਨਾਨਕ ਮਤੀ ਮਿਥਿਆ, ਇਹ ਮੱਤਾਂ ਸਾਰੀਆਂ ਨਿਸਫਲ ਨੇ, ਮੱਤਾਂ ਸਾਰੀਆਂ ਝੂਠ ਨੇ। ਦੇਖੋ ਮੈਂ ਤੁਹਾਨੂੰ ਅੱਧਾ ਪੌਣਾ ਘੰਟਾ ਹੋ ਚੱਲਿਆ, ਮੈਂ ਤੁਹਾਨੂੰ ਇੱਕ ਸਪੀਚ ਰਾਹੀਂ ਜਾਂ ਕਹਿ ਦਈਏ ਗੁਰਮਤਿ ਵਿਚਾਰ ਰਾਹੀਂ ਡਿਸਕਸ਼ਨ ਕਰ ਰਹੇ ਹਾਂ।
पर जे मैं केवल मत देण वाला ही हाँ, मत लैण दी इच्छा नहीं रखदा, तो महाराज जी कहते फिर सब कुछ निसफल है। मैं जे कही जावां मैं तो सुनाउण लई बणिया, मैनूं तो जम्मिया केवल सुनाउण दे लई नहीं। सिख हमेशा सिक्खी जांदा, हमेशा मैं संगी जावां जी, मैं तो कथावाचक हाँ, मैं तो कीर्तनी हाँ, मैं किसी कोलों क्यों पुछां ये गल, मैनू मैं हौला हो जाऊँगा तो मैं छोटा लगांगा क्यों बई। ज्ञान जिहड़ा इहदा कोई अंत है। हुण कोई मैनू पुछे भी आ चीज़ दसो, मैं कहांगा यार मैनू पता नहीं, तो इहदा मतलब को तुसीं कहोगे लै तैनू क्यों नहीं पता भी सारा कुछ किवें किसी नूं पता हो सकदा। एक मैनू कोई गुरमुख तो चलो की कहना, उन्होंने मैनू कहंदा भी वो जिदा परख करन वास्ते ना जलील करन वास्ते कहंदा एक गल पुछनी। मैं कहा पुछ लो जी। कहंदा आ दस। मैं कहा ये तो मैनू पता नहीं। मैनू कहंदा तू ज्ञानी कहदा। मैं कहा तैनू किहने कहा मैं ज्ञानी हाँ, तैनू किहने पहला मैनू कहा दस ज्ञानी हाँ। कहंदा लै तैनू पता होना चाहिए। मैं कहा अच्छा ये गल है, तू हुण मैनू तू दस ते जाप साहब दे छंद किन्ने ने। कहंदा मैं क्या हुण इदां क्यों करदा, तू भी दस जे तू सवाल कर सकदा है, मैं भी तेन तू गुरमत का सवाल किया, मैं तो कहना बई मैनू सब कुछ नहीं पता, जिन्ना क पता दस रहा। कहंदा ना ना मैनू की पता। मैं क्या इदां ही है सज्जना, इदां नहीं करीदा हुंदा, पुछण दा तरीका हुंदा, पता लग जांदा भी ये किस प्रकार पुछदा, भावना नाल पुछदा कि परखण लई पुछदा कि ये जलील करन लई पुछदा, पता लग जांदा। जिहड़ा पुछदा है ना, जिहड़ी मैं पहलां पंक्ति पढ़ी सी, गुरमुख बैठो सफा बचाए, उहदे हत्थ जोड़ लैंदा, ओते वास्ते पा के ओहदे तरले करके कहंदा महाराज जी करो किरपा मैनू दात बख्शो, ये अखर दस दिओ। तरीका हुंदा लैण दा। महाराज जी कहंदे जे कर्म नहीं तो सब कुछ झूठ ते बेअर्थ है। आखिरी पंक्ति पौड़ी, सच्चा साहब एक तो जिन सच्चो सच वरताया, वो परमात्मा पूर्ण तौर पर अडोल रहन वाला, तो उसने सारे जगत नूं सच वरता दिता। जिस तों दे तिस मिले सच, तां तिन्नी सच कमाया। महाराज जी कहंदे उन्हों ही सच मिलदा है जिन्हों तू अपनी मेहर दे नाल सच बख्शदा। सारे सच्चे किद्दां बन जाणगे। सच सारिਆਂ ਦੇ वस की गल नहीं। लत्तां कंबदियां ने, बुल कंबदे ने, जीव साथ नहीं दिंदी जद सच बोली दा, क्योंकि सच का विरोध होना है। सच नूं किसी ने बर्दाश्त नहीं करना, सच वाले दी निंदिया होनी है। जिहड़ा सच बोलदा नहीं उसदी निंदिया कौन करेगा जी। जिहड़ा सच बोलदा है, ध्यान देना, सच बोलण वाले दे दुश्मन झूठ बोलण वाले नालों ज़्यादा होणगे। जे कोई ये चीज़ नूं मन के चलदा तो सच बोले, तो जे किसी ने डरी जाना हाय इदां हो जू, हाय नाराज़ हो जू, हाय नुकसान हो जूगा, हाय बंदा टुट जाएगा मेरे नालों, हाय आ हो जाएगा, तो फिर तो वो जिहड़ा स्वार्थी बंदा है वो तो व्यापारी जिहा, वो व्यापारी है, वो तो व्यापार करता पिया, प्यार थोड़ा करता इंसानियत नूं। वो तो अपने स्वार्थ मुताबिक बोलता भी जितों फायदा उत्थे गल कर दित्ती। बंदा वो है चाहे होए परा ते चाहे होवे कुछ भी कित्थे भी, वो तो फिर सच सुनाए सी, सच की बेला। वो नहीं डरदा भी आ कौन है तो कौन नहीं, वो कहंदा चल सच सामने। वो नहीं देखदा मेरियां वोटां खराब हो जाणगियां, वो नहीं देखदा मेरा टब्बर ते शरीक नाराज़ हो जाएगा। हुंदा ते होवे पिया। जे तू सच दा पुत्त है, सच बोलण वाले दा पुत्त है, तैनूं सच कमाउण लई किहा। मूर्ख सच ना जाननी, मूर्ख सच ना जाननी, मन मुखी जन्म गवाया। महाराज कहंदे मूर्खां नूं की पता भी सच की हुंदा है। उन्हां नूं सच, उन्हां नूं झूठ दा, क्योंकि सूर दा खाना गंदगी है, बाणी विच लिखिआ। सूर का खाना गंदगी है, चंगी चीज़ नहीं। सूर नूं जिथे भी लाओ ढेर देखेगा रूड़ी, तो मनमुख नूं जिथे लै जाओ वो रूड़ी रूपी निंदिया चुगली झूठ बोलेगा भी किहदे विच किहड़ा नुक्स कढ़ना। गल कोई होनी तो बना उसने कोई देनी है। देखो मैं तुहाडे नाल विचार करदा पिया, जिहड़ा गुरमुख है ना उन्हें सारियां चीज़ां लै लैणियां। तुसीं 99 चीज़ां मेरे तो सुनियां, मनमुख ने 99 जड़ियाँ चंगियां ने ओदी गल नहीं करनी। जड़ी एक किधरे विचों गलत हो गई उन्होंने फड़ के बह के ज्यों भंडना ज्यों भंडना, क्योंकि वह खाना है, वो सूर बिरती वाले का वो खाना है। सो महाराज जी उन्होंने कहते मूर्ख सच ना
ਜਾਣਨੀ ਮਨਮੁਖੀ ਜਨਮ ਗਵਾਇਆ। ਉਹ ਤੇ ਬੜੇ ਜਨਮਾਂ ਤੋਂ ਤੁਰਿਆ ਹੋਇਆ ਧੱਕੇ ਖਾਂਦਾ ਪਿਆ, ਅੱਜ ਵੀ ਖਾ ਰਿਹਾ। ਤੁਸੀਂ ਨਿੰਦਕ ਨੂੰ ਦੇਖਣਾ ਕਦੀ ਵੀ ਸ਼ਾਂਤ ਨਹੀਂ ਰਹੇਗਾ। ਚੁਗਲੀ ਕਰਨ ਵਾਲਾ ਕਦੀ ਵੀ ਸ਼ਾਂਤ ਨਹੀਂ ਰਹੇਗਾ। ਉਹ ਜਨਮ ਗਵਾ ਕੇ ਆਇਆ, ਗਵਾ ਰਿਹਾ ਅਤੇ ਗਵਾ ਲੈਣਾ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਇੱਥੇ ਮਹਾਰਾਜ ਜੀ ਚੰਗੀ ਚਪੇੜ ਰੱਖ ਕੇ ਮਾਰਦੇ ਨੇ। ਆਖਰੀ ਪੰਕਤੀ ਵਿੱਚ ਦੁਨੀਆ ਕਾਹੇ ਆਇਆ। ਤੈਨੂੰ ਕੀ ਜ਼ਰੂਰਤ ਸੀ ਮਹਾਰਾਜ ਜੀ ਕਹਿੰਦੇ ਜੰਮਣ ਦੀ, ਦੁਨੀਆ 'ਚ ਆਉਣ ਦੇ ਲਈ, ਜੇ ਤੂੰ ਮਹਾਰਾਜ ਜੀ ਕਹਿੰਦੇ ਲਾਹਾ ਹੀ ਨਹੀਂ ਖੱਟ ਕੇ ਗਿਆ। ਅਸੀਂ ਨਿਆਣੇ ਬਾਹਰ ਭੇਜੀ ਦੇ ਨੇ, ਕੁਝ ਖੱਟ ਕੇ ਨਾ ਆਵੇ, ਨਸ਼ਿਆਂ 'ਚ ਲੱਗ ਜਾਏ, ਅਤੇ ਫਿਰ ਕਈ ਵਾਰ ਇੱਦਾਂ ਦੇ ਸ਼ਬਦ ਵੀ ਨਿਕਲ ਜਾਂਦੇ ਨੇ ਗੁੱਸੇ 'ਚ, ਜਿਹੜੇ ਮੈਂ ਇੱਥੇ ਨਹੀਂ ਕਹਿ ਸਕਦਾ, ਇੱਥੇ ਨਹੀਂ ਕਹਿ ਸਕਦਾ। ਉਹ ਮਹਾਰਾਜ ਜੀ ਇੱਦਾਂ ਹੀ ਕਹਿੰਦੇ ਜਿੱਦਾਂ ਸਾਡਾ ਨਿਆਣਾ 30-40 ਲੱਖ ਲਾ ਕੇ ਉੱਥੇ ਨਸ਼ਿਆਂ 'ਚ ਲੱਗ ਜਾਏ ਜਾਂ ਸਾਨੂੰ ਕੁਛ ਨਾ ਭੇਜੇ ਤਾਂ ਸਾਨੂੰ ਦਰਦ ਹੁੰਦਾ। ਮਹਾਰਾਜ ਜੀ ਕਹਿੰਦੇ ਮੈਂ ਵੀ ਪੁੱਤ ਬਣਾ ਕੇ ਸੰਸਾਰ ਦੇ ਉੱਥੋਂ ਲਾਹਾ ਕੱਟਣ ਲਈ ਭੇਜਿਆ ਸੀ। ਜਦੋਂ ਤੂੰ ਵੀ ਬੇਰੰਗ ਆ ਗਿਆ ਅਤੇ ਮੈਂ ਤੈਨੂੰ ਪੁੱਛਣਾ ਵਿੱਚ ਦੁਨੀਆ ਕਾਹੇ ਆਇਆ, ਕੀ ਕਰਨ ਲਈ ਆਇਆ ਸੀ। ਸੋ ਇਹ ਸੀ ਅੱਜ ਦਾ ਸਾਰਾ ਸ਼ਲੋਕ। ਕੱਲ੍ਹ ਦਾ ਸ਼ਲੋਕ ਹੈ ਪੜ ਗੱਡੀ ਲੱਦੀ ਹੈ। ਆਹ ਵੀ ਦੇਖੋ ਕਿੱਡਾ ਤਗੜਾ ਵਿਸ਼ਾ। ਮੈਂ ਪਹਿਲਾਂ ਹੀ ਕਿਹਾ ਨਾ, ਆਸਾ ਦੀ ਵਾਰ ਕਮਾਲ ਦੀ ਹੈ। ਸੋ ਗੁਰੂ ਸਾਹਿਬ ਨੇ ਸਾਹ ਦਿੱਤੇ, ਜੀਵਨ ਦਿੱਤਾ, ਅਤੇ ਕੱਲ੍ਹ ਨੂੰ ਆਪਾਂ ਫਿਰ ਪੜ ਗੱਡੀ ਲੱਦੀ ਹੈ। ਮੇਰੇ ਲਈ, ਤੁਹਾਡੇ ਲਈ, ਸਾਰਿਆਂ ਲਈ ਪੜ ਭਰੀਏ ਸਾਧ, ਪੜ ਬੇੜੀ ਪਾਈ ਹੈ, ਪੜ ਗੱਡੀਏ ਖਾਦ। ਇਸ ਸ਼ਬਦ ਸ਼ਲੋਕ ਦੀ ਵਿਚਾਰ ਆਰੰਭ ਹੋਏਗੀ। ਸੋ ਜੇ ਕਿਸੇ ਨੇ ਕੋਈ ਵਿਚਾਰ ਕਰਨਾ ਹੋਵੇ, ਬੜੇ ਤਰੀਕੇ ਦੇ ਨਾਲ, ਸੋਹਣੇ ਤਰੀਕੇ ਨਾਲ ਬੈਠ ਕੇ ਕਰੋ, ਕਿਉਂਕਿ ਆਪਣੀ ਜਿੰਨੀ ਵਿਚਾਰ ਵਾਲੀ ਚੀਜ਼ ਹੁੰਦੀ ਹੈ, ਸਾਨੂੰ ਡਰਨ ਦੀ ਤਾਂ ਲੋੜ ਨਹੀਂ, ਮੁੱਕਰ ਨਹੀਂ ਸਕਦੇ, ਕਿਉਂਕਿ ਰਿਕਾਰਡਡ ਹੈ। ਕੋਈ ਕਹਿ ਨਹੀਂ ਸਕਦਾ ਤੂੰ ਇਹ ਬੋਲਿਆ ਅਤੇ ਉਹਦੇ ਅੱਗੇ ਕੀ ਬੋਲਿਆ, ਪਿੱਛੇ ਕੀ ਬੋਲਿਆ, ਪ੍ਰਮਾਣ ਕਿੱਦਾਂ ਦਿੱਤਾ, ਉਹਨੂੰ ਬਿਠਾ ਕੇ ਸੁਣਾ ਕੇ ਫਿਰ ਜਵਾਬ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਕਰਕੇ ਆਪਾਂ ਨੂੰ ਕੋਈ ਫਿਕਰ ਨਹੀਂ, ਜੋ ਬੋਲਿਆ ਸਾਹਮਣੇ ਹੈ, ਬਿਲਕੁਲ ਕੋਈ ਮੁੱਕਰ ਨਹੀਂ ਸਕਦਾ। ਅਤੇ ਸਵਾਲ ਕਰਨ ਵਾਲਾ ਵੀ ਸੋਚ ਸਮਝ ਕੇ ਹੀ ਸਵਾਲ ਕਰ ਸਕਦਾ ਹੈ। ਇਸ ਕਰਕੇ ਸਵਾਲ ਜ਼ਰੂਰ ਨੇ, ਪਰ ਸਵਾਲ ਤਰੀਕੇ ਦੇ ਨਾਲ ਹੋਵੇ, ਉਹਦਾ ਜਵਾਬ ਵੀ ਬਹੁਤ ਵਧੀਆ ਗੁਰੂ ਸਾਹਿਬ ਬਾਣੀ 'ਚੋਂ ਦਿੰਦੇ ਨੇ। ਇੰਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।